विद्या बालन ने किया सीगा कि इंडिया में पीपल डोंट आस्क कि आप कैसे हो, दे लास्ट ओहो बहुत पतले हो गए, ओहो बहुत मोटे हो गए। मतलब ਇਹ ਵਿਦਿਆ ਬਾलन ਦੀ ਲਾਈਨ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ। ਬੇਸਿਕਲੀ आजकल ਸਾਡੇ इधर हाल चाल नहीं पूछते पतले कैसे हो गए, मोटे क्यों हो, मतलब वो ये पूछा जाता है। ਬਿਲਕੁਲ ਯਾਰੀ ਦਾ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਜਾਂਦੀਆਂ, ਡਾਈਟਿੰਗ, ਜਿਮ ਜਾਣਾ, ਪਰ ਉਸਦੇ ਨਾਲ ਨਾਲ ਸੋਸ਼ਲੀ ਕਿਹੜੀ ਗੱਲਾਂ ਫੇਸ ਕਰਨੀਆਂ ਪੈਂਦੀਆਂ। ਆਪਾਂ ਆਪਣੇ ਸਮਾਜ ਦੀ ਗੱਲ ਕਰ ਰਹੇ ਹਾਂ। ਜੇ ਆਪਾਂ ਕਿਤੇ ਇੰਟਰਵਿਊ ਦੇਣ ਜਾਈਏ ਜਾਂ ਆਪਾਂ ਸਟੱਡੀ ਲਈ ਜਾਈਏ, ਦੇ ਥਿੰਕ ਉਹ ਪਹਿਲਾਂ ਨਾ ਸਾਡੇ ਸਕਿੱਲਸ ਜਾਂ ਸਾਨੂੰ ਉਹ ਤੋਂ ਜੱਜ ਕਰਦੇ ਕਿ ਆਪਾਂ ਓਬੀਜ਼ ਨੇ, ਕਿ ਆਪਾਂ ਫਲਾਣਾ ਕੰਮ ਕਰ ਪਾਵਾਂਗੇ। ਸਪੋਜ਼ ਜਿੱਦਾਂ ਕੋਈ ਮਾर्केटिंग का काम है, ओ मैम आप तो इतने मोटे हो, आप कर लोगे, आप मार्केट में जाओगे। ਸਮਟਾਈਮਸ ਖਾਣ ਦੇ ਕਰਕੇ ਨਹੀਂ ਹੁੰਦੀ। ਮੇਰੀ ਫੈਮਿਲੀ 'ਚ ਵੀ ਮੈਂ ਬਹੁਤ ਦੇਖੇ ਨੇ, ਲਾਈਕ ਮੇਰੀ ਸਿਸਟਰ ਵੀ ਹੈਗੀ ਤੇ ਸਾਡੇ ਫੈਮਿਲੀ 'ਚ ਹੈ ਕੁਝ ਜੈਨੇਟਿਕ ਹੁੰਦਾ ਹੈ, ਕੁਝ ਹਾਰਮੋਨਲ ਪ੍ਰੋਬਲਮ, ਸਮਟਾਈਮਸ ਡਿਪਰੈਸ਼ਨ ਕਰਕੇ ਵੀ ਹੁੰਦਾ ਹੈ। ਕਿਵੇਂ ਖੁਦ ਨੂੰ ਸਮਝਾਉਂਦੇ ਹੋ ਕਿ ਨਹੀਂ ਦੁਨੀਆ ਜੋ ਵੀ ਕਹਿ ਰਹੀ ਹੈ ਪਰ ਮੈਂ ਅੱਗੇ ਵਧਣਾ ਹੈ। ਈਵਨ ਮੈਂ ਇੰਨਾ ਕੁ ਡਿਪਰੈਸ ਹੋ ਗਈ, ਮੈਂ 2-3 ਮਹੀਨੇ ਤਾਂ ਬਾਹਰ ਹੀ ਨਹੀਂ ਨਿਕਲੀ। मतलब ਮੈਨੂੰ ਇਦਾਂ ਸੀਗਾ ਸੁਸਾਈਡਿਕਲ ਥਾਟਸ ਆਉਣ ਲੱਗ ਗਏ ਕਿ ਨਹੀਂ ਯਾਰ ਮੈਂ ਤਾਂ ਬਣੀ ਨਹੀਂ ਆ ਇਸ ਦੁਨੀਆ ਲਈ, ਕਿ ਆਈ ਐਮ ਦ ਲਾਈਕ ਅਜੂਬਾ ਕਹਿ ਸਕਦੇ ਹੋ, ਕਿ ਮੈਨੂੰ ਬਹੁਤ ਔਡ ਜਿਹਾ ਫੀਲ ਹੋਣ ਲੱਗ ਗਿਆ। ਹਰ ਜਗ੍ਹਾ ਮਤਲਬ ਇੰਨਾ ਕੁ ਬੋਡੀ ਸ਼ੇਮ ਕਰਦੇ ਆ। ਆਈ ਡੋਂਟ ਫੀਲ, ਮੈਨੂੰ ਇਹ ਨਹੀਂ ਸਮਝ ਆਉਂਦੀ ਬॉयਜ਼ ਲਈ ਇਹ ਚੀਜ਼ਾਂ ਕਿਉਂ ਨਹੀਂ ਹੁੰਦੀਆਂ, ਬਿਲਕੁਲ ਬॉयਜ਼ ਲਈ ਇਹ ਚੀਜ਼ਾਂ ਕਿਉਂ ਨਹੀਂ ਹੁੰਦੀ। ਈਵਨ ਇੱਕ ਮੋਟਾ ਬੰਦਾ ਵੀ ਹੋਏਗਾ ਉਹਨੂੰ ਵੀ ਗਲੈਮਰਸ ਕੁੜੀ ਚਾਹੀਦੀ ਹੈ। ਪਹਿਲਾਂ ਆਪਣੀ ਤਰਫ ਤੋਂ ਦੇਖੋ, ਬਿਲਕੁਲ ਤੁਸੀਂ ਦੂਜਿਆਂ ਨੂੰ ਬੋਲੋ। ਬਿਲਕੁਲ ਤੁਸੀਂ ਕਿਸੇ ਦੇ ਬੋਡੀ ਫਿਗਰ ਜਾਂ ਫੇਸ ਜਾਂ ਕਿਸੇ ਚੀਜ਼ ਨਹੀਂ, ਆਪਾਂ ਨੂੰ ਉਹਦੀ ਸਟੱਡੀਜ਼, ਉਹਦੇ ਸਕਿੱਲਸ ਤੇ ਜਾਣਾ ਚਾਹੀਦਾ। ਬੇਸਿਕਲੀ ਉਹਦੇ ਸਕਿੱਲਸ ਦੇਖੋ ਕਿ ਉਹ ਕੀ ਕਰ ਸਕਦਾ ਹੈ, ਕੀ ਨਹੀਂ ਕਰ ਸਕਦਾ। ਉਹਦੇ ਸਕਿੱਲਸ ਦੇਖੋ, ਉਹਦੀ ਸਟੱਡੀਜ਼ ਦੇਖੋ, ਉਹਦਾ ਮਤਲਬ ਲਾਈਕ ਉਹਨੂੰ ਹੋਰ ਅੱਗੇ ਵਧਾਓ। ਜਿਹੜੇ ਫੀਲਡ 'ਚ ਜਾਣਾ ਚਾਹੁੰਦੇ ਹੋ ਜਾਓ, ਕੋਈ ਕਿਸੇ ਨੂੰ ਨਹੀਂ ਰੋਕ ਸਕਦਾ। ਇਫ ਯੂ ਹੈਵ ਦ ਸਕਿੱਲਸ, ਕੋਈ ਕਿਸੇ ਨੂੰ ਕੁਝ ਵੀ ਕਰਨ ਤੇ ਨਹੀਂ ਰੋਕ ਸਕਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਸਾਂਝ ਗੱਲਾਂ ਦੀ। ਅੱਜ ਇੱਕ ਨਵੇਂ ਤਰੀਕੇ ਨਾਲ ਇਹ ਸ਼ੋਅ ਪੇਸ਼ ਕਰ ਰਹੇ ਹਾਂ। ਅੱਗੇ ਮੈਂ ਘਰੋਂ ਹੀ ਸ਼ੋਅ ਕਰਦੀ ਸੀ, ਮੰਮਾ ਦੇ ਨਾਲ ਕਰਦੀ ਸੀ, ਪਰ ਹੁਣ ਕੁਝ ਹੋਰ ਟੌਪਿਕਸ ਜੋ ਹੈ ਲੱਭ ਕੇ ਲਿਆਏ ਹਾਂ ਜਿਸ ਉੱਪਰ ਡਿਸਕਸ ਕਰਨਾ, ਗੱਲਬਾਤ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਸਾਡੇ ਸਮਾਜ ਦੀ, ਸੁਸਾਇਟੀ ਥੋੜੀ ਚੇਂਜ ਹੋ ਸਕੇ। ਸੋ ਅੱਜ ਗੱਲ ਮੈਂ ਕਰਨ ਜਾ ਰਹੀ ਹਾਂ ਜੀ ਮੋਟਾਪੇ ਦੀ, ਓਬੈਸਿਟੀ ਦੀ। ਤੇ ਜਦੋਂ ਗੱਲ ਆਉਂਦੀ ਹੈ ਓਬੈਸਿਟੀ ਦੀ, ਮੋਟਾਪੇ ਦੀ, ਤਾਂ ਸਿਰਫ ਕੁੜੀਆਂ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਪਤਲੇ ਹੋਣਾ ਚਾਹੀਦਾ ਹੈ। ਤੇ ਕੁੜੀਆਂ ਜਿਹੜੀਆਂ ਖਾਣ ਪੀਣ ਕਰਕੇ ਨਹੀਂ, ਵੈਸੇ ਹੀ ਜਿਨ੍ਹਾਂ ਦੇ ਉੱਪਰ ਮੋਟਾਪਾ ਹੁੰਦਾ ਹੈ, ਸੋ ਕਿੰਨਾ ਉਹਨਾਂ ਨੂੰ ਪ੍ਰੈਸ਼ਰ ਫੀਲ ਹੁੰਦਾ ਹੈ, ਕਿਸ ਤਰ੍ਹਾਂ ਦੀਆਂ ਰੁਕਾਵਟਾਂ ਲਾਈਫ ਦੇ ਵਿੱਚ ਆਉਂਦੀਆਂ। ਕਿਉਂਕਿ ਅਗਰ ਆਪਾਂ ਮੋਟਾਪੇ ਦੀ ਗੱਲ ਕਰੀਏ, ਸਾਡੇ ਦੇਸ਼ ਦੀ ਹੀ ਅਸੀਂ ਗੱਲ ਕਰ ਲਈਏ ਤਾਂ ਸਾਡੇ ਦੇਸ਼ ਦੇ ਵਿੱਚ ਜੋ ਹੈ 135 ਮਿਲੀਅਨ ਮੋਟਾਪੇ ਤੋਂ ਸ਼ਿਕਾਰ ਲੋਕ ਨੇ, ਤੇ ਜਿਸ ਦੇ ਵਿੱਚੋਂ 18% ਆਪਾਂ ਮੈਨ ਦੀ ਗੱਲ ਕਰਦੇ ਹਾਂ, ਪੁਰਸ਼ਾਂ ਦੀ ਗੱਲ ਕਰਦੇ ਹਾਂ, ਤਾਂ 20% ਜੋ ਹੈ ਮਹਿਲਾਵਾਂ ਮੋਟਾਪੇ ਦੀਆਂ ਸ਼ਿਕਾਰ ਨੇ। ਅਗਰ ਆਪਾਂ US ਦੀ ਗੱਲ ਕਰ ਲਈਏ ਤਾਂ 1.9 ਬਿਲੀਅਨ ਲੋਕ, ਬਹੁਤ ਹੀ ਵੱਡਾ ਡਾਟਾ ਦੇਖੋ, ਪਰ ਉਸਦੇ ਵਿੱਚ ਵੀ 42.4% ਅਗਰ ਟੋਟਲ ਆਪਾਂ ਮੋਟਾਪੇ ਦੀ, ਓਬੈਸਿਟੀ ਦੀ ਗੱਲ ਕਰਦੇ ਹਾਂ ਤਾਂ ਉਸਦੇ ਵਿੱਚ 41.9% ਮਹਿਲਾਵਾਂ ਨੇ। ਸੋ ਜੋ ਇਸ ਮੋਟਾਪੇ 'ਚੋਂ ਗੁਜ਼ਰ ਰਿਹਾ ਹੁੰਦਾ, ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਜਾਂਦੀਆਂ, ਡਾਈਟਿੰਗ, ਜਿਮ ਜਾਣਾ, ਪਰ ਉਸਦੇ ਨਾਲ ਨਾਲ ਸੋਸ਼ਲੀ ਕਿਹੜੀ ਗੱਲਾਂ ਫੇਸ ਕਰਨੀਆਂ ਪੈਂਦੀਆਂ। ਆਪਾਂ ਆਪਣੇ ਸਮਾਜ ਦੀ ਗੱਲ ਕਰ ਰਹੇ ਹਾਂ। ਸ਼ੁਰੂਆਤ ਇਸ ਟੌਪਿਕ ਤੋਂ ਤਾਂ ਅੱਜ ਕਰ ਰਹੇ ਹਾਂ ਤਾਂ ਕਿ ਇੱਕ ਅਵੇਅਰਨੈਸ ਹੋਵੇ। ਮੋਟਾਪੇ ਦੇ ਸ਼ਿਕਾਰ ਜਿਹੜੇ ਲੋਕ ਨੇ, ਖਾਸ ਤੌਰ 'ਤੇ ਅਸੀਂ ਮਹਿਲਾਵਾਂ ਦੀ, ਕੁੜੀਆਂ ਦੀ ਗੱਲ ਕਰ ਰਹੇ ਹਾਂ, ਸੋ ਸਮਾਜ ਕਿਵੇਂ ਉਹਨਾਂ ਬਾਰੇ ਸੋਚਦਾ। ਸੋ ਮੇਰੇ ਨਾਲ ਮੇਰੀ ਇੱਕ ਫਰੈਂਡ ਵਰਸ਼ਾ ਸਰੀਨ ਨੇ ਮੇਰੇ ਕੋਲ, ਬਹੁਤ ਬਹੁਤ ਸਵਾਗਤ ਹੈ ਵਰਸ਼ਾ, ਔਰ ਜਿਨ੍ਹਾਂ ਦਾ ਕਿ 10 ਸਾਲਾਂ ਦਾ ਐਕਸਪੀਰੀਅੰਸ ਹੈ, ਉਹ ਕੰਮ ਕਰ ਰਹੇ ਨੇ ਔਰ ਇਕਨੋਮਿਕਸ ਵਿੱਚ ਉਹਨਾਂ ਨੇ MPhil ਕੀਤੀ ਹੋਈ ਹੈ। ਸੋ ਵਰਸ਼ਾ, ਸਭ ਤੋਂ ਪਹਿਲਾਂ ਤਾਂ ਮੈਂ ਦੇਖੋ, ਓਬੈਸਿਟੀ, ਮੋਟਾਪਾ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ ਨਾ, ਜਦ ਕਿ ਹਰ ਕੋਈ ਚਾਹੁੰਦਾ ਮੈਂ ਫਿਟ ਰਹਾਂ, ਪਰ ਤੁਸੀਂ ਹੁਣ ਤੱਕ ਕਿਸ ਤਰ੍ਹਾਂ ਦੀਆਂ ਚੀਜ਼ਾਂ ਫੇਸ ਕੀਤੀਆਂ ਜੋ ਤੁਹਾਨੂੰ ਲੱਗਦਾ ਹੈ ਕਿ ਸਮਾਜ ਵਿੱਚ ਸਾਡੇ ਨਹੀਂ ਹੋਣੀਆਂ ਚਾਹੀਦੀਆਂ? ਐਕਚੁਅਲੀ ਮੈਨੂੰ ਇੱਦਾਂ ਲੱਗਦਾ ਕਿ ਸਾਡੀ ਓਬੇਸਿਟੀ ਕਰਕੇ ਸਾਨੂੰ ਜੱਜ ਕੀਤਾ ਜਾਂਦਾ ਹੈ। ਲਾਈਕ ਜੇ ਆਪਾਂ ਕਿਤੇ ਇੰਟਰਵਿਊ ਦੇਣ ਜਾਈਏ ਜਾਂ ਆਪਾਂ ਸਟੱਡੀ ਲਈ ਜਾਈਏ, ਦੇ ਥਿੰਕ ਉਹ ਪਹਿਲਾਂ ਨਾ ਸਾਡੇ ਸਕਿੱਲਸ ਜਾਂ ਸਾਨੂੰ ਉਹ ਤੋਂ ਜੱਜ ਕਰਦੇ ਕਿ ਆਪਾਂ ਓਬੀਜ਼ ਨੇ, ਕਿ ਆਪਾਂ ਫਲਾਣਾ ਕੰਮ ਕਰ ਪਾਵਾਂਗੇ। ਸਪੋਜ਼ ਜਿੱਦਾਂ ਕੋਈ ਮਾर्केटिंग ਦਾ ਕੰਮ ਹੈ, ओ मैम आप तो इतने मोटे हो, आप कर लोगे, आप मार्केट में जाओगे, वट पीपल विल से कि अगर तुसी मार्केट 'ਚ ਜਾ ਰਹੇ ਹੋ ਤਾਂ ਇੱਦਾਂ ਹੋਏਗਾ। ਤੇ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਬਹੁਤ ਕਰਨੀ ਪੈਂਦੀਆਂ। ਜੇ ਆਪਾਂ ਸੋਸ਼ਲ ਸਰਕਲ ਦੀ ਗੱਲ ਕਰੀਏ ਤਾਂ ਫਿਰ ਉਹਨਾਂ ਨੂੰ ਹੁੰਦਾ ਹੈ ਕਿ ਹਾਂ ਮੋਟਾ, ਛੋਟਾ ਹਾਥੀ ਜਾਂ ਪੈਕੇਟ, ਮਤਲਬ ਇੱਦਾਂ ਦੀਆਂ ਗੱਲਾਂ ਕਰਨਾ। ਬਟ ਵਟ ਆਈ ਐਕਚੁਅਲੀ ਫੀਲ ਓਬੇਸਿਟੀ ਜੋ ਹੈ ਉਹ
ਸਮਟਾਈਮਸ ਖਾਣ ਦੇ ਕਰਕੇ ਨਹੀਂ ਹੁੰਦੀ। ਮੇਰੀ ਫੈਮਿਲੀ 'ਚ ਵੀ ਮੈਂ ਬਹੁਤ ਦੇਖੇ ਨੇ, ਲਾਈਕ ਮੇਰੀ ਸਿਸਟਰ ਵੀ ਹੈਗੀ ਤੇ ਸਾਡੇ ਫੈਮਿਲੀ 'ਚ ਹੈ ਕੁਝ ਜੈਨੇਟਿਕ ਹੁੰਦਾ ਹੈ, ਕੁਝ ਹਾਰਮੋਨਲ ਪ੍ਰੋਬਲਮ, ਸਮਟਾਈਮਸ ਡਿਪਰੈਸ਼ਨ ਕਰਕੇ ਵੀ ਹੁੰਦਾ ਹੈ। ਬਿਲਕੁਲ ਬਿਲਕੁਲ ਤੁਸੀਂ ਸਹੀ ਗੱਲ ਕਹੀ। ਤੇ ਜਦੋਂ ਤੁਸੀਂ ਜਿਵੇਂ ਤੁਸੀਂ ਗੱਲ ਕੀਤੀ ਕਿ ਕਿਤੇ ਵੀ ਆਪਾਂ ਜਦ ਜੌਬ ਦੇ ਲਈ ਜਾਂਦੇ ਆ ਤਾਂ ਬਹੁਤ ਸਾਰੀ ਚੀਜ਼ਾਂ ਨਾ, ਪਰ ਕੀ ਇਸ ਦੇ ਨਾਲ ਕਿੰਨਾ ਕੁ ਕੌਨਫੀਡੈਂਸ 'ਤੇ ਫਰਕ ਪੈਂਦਾ? ਕਿਉਂਕਿ ਮੈਂ ਦੇਖਿਆ ਮੋਸਟਲੀ ਕੁੜੀਆਂ ਦੀ ਆਪਾਂ ਕਿਉਂਕਿ ਖਾਸ ਤੌਰ 'ਤੇ ਅੱਜ ਗੱਲ ਕਰ ਰਹੇ ਹਾਂ ਤਾਂ ਉਹ ਉਹਨਾਂ ਦੇ ਅੰਦਰ ਇੱਕ ਮੋਟੀਵੇਸ਼ਨ ਖਤਮ ਹੁੰਦੀ ਜਾਂਦੀ ਹੈ, ਉਹਨਾਂ ਦਾ ਕੌਨਫੀਡੈਂਸ ਖਤਮ ਹੁੰਦਾ ਜਾਂਦਾ ਤਾਂ ਉਹ ਹਿੰਮਤ ਹੀ ਨਹੀਂ ਕਰਦੇ। ਪਰ ਤੁਸੀਂ 10 ਸਾਲਾਂ ਤੋਂ ਕੰਮ ਵੀ ਕਰ ਰਹੇ ਹੋ, ਕਿਸ ਤਰ੍ਹਾਂ ਦੀ ਫਿਰ ਖੁਦ ਨੂੰ ਕਿਵੇਂ ਹਰ ਵਾਰੀ ਕੌਨਫੀਡੈਂਸ ਵਿੱਚ ਲਿਆਉਣਾ ਪੈਂਦਾ ਆਪਣਾ? ਕਿਵੇਂ ਖੁਦ ਨੂੰ ਸਮਝਾਉਂਦੇ ਹੋ ਕਿ ਨਹੀਂ ਦੁਨੀਆ ਜੋ ਵੀ ਕਹਿ ਰਹੀ ਹੈ ਪਰ ਮੈਂ ਅੱਗੇ ਵਧਣਾ ਹੈ? ਸਟਾਰਟਿੰਗ 'ਚ ਤਾਂ ਐਕਚੁਅਲੀ ਮੈਨੂੰ ਵੀ ਫੀਲ ਹੋਣ ਲੱਗਿਆ ਸੀ, ਮਤਲਬ ਮੈਂ ਕਾਫੀ ਡੀਮੋਟੀਵੇਟ ਹੋਣ ਲੱਗ ਗਈ। ਆਈ ਫੀਲ ਕਿ ਨਹੀਂ ਇਹ ਬਹੁਤ ਬੁਰੀ ਚੀਜ਼ ਹੈ, ਮਤਲਬ ਮੈਨੂੰ ਨਾ ਲਿਟਰਲੀ ਇੱਕ ਟਾਈਮ 'ਤੇ ਆਪਣੇ ਆਪ ਤੋਂ ਘਿਣ ਆਉਣ ਲੱਗ ਗਈ। ਬਟ ਫਿਰ ਮੈਂ ਇੱਕ ਸਟੱਡੀ ਕੀਤਾ ਕਿ ਇਸ ਸਮਟਾਈਮਸ ਡਿਪਰੈਸ਼ਨ ਕਰਕੇ, ਬਿਕੋਜ਼ ਹਰ ਕਿਸੇ ਤੇ ਆਪਣੇ ਪਰਸਨਲ ਇਸ਼ੂਜ਼ ਹੁੰਦੇ ਆ, ਕੋਈ ਜੈਨੇਟਿਕ ਇਸ਼ੂਜ਼ ਕਰਕੇ। ਈਵਨ ਮੈਂ ਇੰਨਾ ਕੁ ਡਿਪਰੈਸ ਹੋ ਗਈ, ਮੈਂ 2-3 ਮਹੀਨੇ ਤਾਂ ਬਾਹਰ ਹੀ ਨਹੀਂ ਨਿਕਲੀ। ਮਤਲਬ ਮੈਨੂੰ ਇੱਦਾਂ ਸੀਗਾ, ਸੁਸਾਈਡਿਕਲ ਥਾਟਸ ਆਉਣ ਲੱਗ ਗਏ ਕਿ ਨਹੀਂ ਯਾਰ ਮੈਂ ਤਾਂ ਬਣੀ ਨਹੀਂ ਹੈ ਇਸ ਦੁਨੀਆ ਲਈ, ਕਿ ਆਈ ਐਮ ਦਾ ਲਾਈਕ ਅਜੂਬਾ ਕਹਿ ਸਕਦੇ ਹੋ, ਕਿ ਮੈਨੂੰ ਬਹੁਤ ਔਡ ਜਿਹਾ ਫੀਲ ਹੋਣ ਲੱਗ ਗਿਆ। ਬਟ ਸਟਿਲ ਦੇਅਰ ਆਰ ਮੈਨੀ ਪੀਪਲਸ, ਮਤਲਬ ਮੈਂ ਕਹਿੰਦੀ ਹਾਂ ਕਿ ਜੇ 100 ਬੰਦੇ ਮਾੜੇ ਨੇ ਤਾਂ ਉਹਨਾਂ 'ਚੋਂ 2-4 ਠੀਕ ਹੈ ਆਪਾਂ ਨੂੰ ਵਧੀਆ, ਉਹਨਾਂ ਕਰਕੇ ਸ਼ਾਇਦ ਹੌਸਲਾ ਵੱਧ ਜਾਂਦਾ ਸੀਗਾ। ਫਿਰ ਮੈਂ ਆਪਣੇ ਆਪ ਨੂੰ ਬਿਲਡ ਕੀਤਾ, ਮਾਰਕੀਟ 'ਚ ਗਈ, ਆਈ ਸਟਾਰਟ ਵਰਕਿੰਗ। ਬਟ ਉੱਧਰ ਵੀ ਸਾਡੇ ਵਰਕ ਪਲੇਸ 'ਤੇ ਵੀ ਇੱਦਾਂ ਹੀ ਹੁੰਦਾ ਕਿ ਆਪਾਂ ਜਾਂਦੇ ਹਾਂ ਅਤੇ ਕੁਛ ਲੋਕ ਸਾਨੂੰ ਮੋਟੀਵੇਟ ਕਰਦੇ, ਨਹੀਂ ਤੁਸੀਂ ਇੱਦਾਂ ਕਰੋ ਇੱਦਾਂ ਕਰੋ। ਬਟ ਕੁਛ ਲੋਕ ਤਾਂ ਇੱਦਾਂ ਹੁੰਦੇ ਕਿ ਉਹ ਮਜ਼ਾਕ ਉਡਾਉਂਦੇ ਆ ਕਿ ਅੱਜ ਕੱਲ੍ਹ ਤਾਂ ਤੁਹਾਨੂੰ ਜਿਵੇਂ ਪਤਾ ਰੀਲਸ ਦਾ ਟ੍ਰੈਂਡ ਬਣਿਆ ਹੋਇਆ ਇਹ ਚੀਜ਼ਾਂ ਕਰਕੇ। ਸੋ ਜਿਵੇਂ ਤੁਸੀਂ ਰੀਲਸ ਦੀ ਗੱਲ ਕੀਤੀ ਹੈ, ਵਾਕਈ ਉੱਥੇ ਵੀ ਅਸੀਂ ਦੇਖਦੇ ਹਾਂ ਕਿ ਕਈ ਫੀਮੇਲਸ ਹੈ ਜਿਹੜੀਆਂ ਬੜੀ ਆਪਣੀ ਕੌਨਫੀਡੈਂਸ ਦੇ ਨਾਲ ਰੀਲਸ ਬਣਾਉਂਦੀਆਂ, ਚਾਹੇ ਸੌਂਗਸ ਦੇ ਉੱਪਰ ਉਹ ਆਪਣਾ ਕੌਨਫੀਡੈਂਸ ਦਿਖਾ ਰਹੀ ਹੁੰਦੀ, ਲੇਕਿਨ ਕਮੈਂਟਸ ਵਿੱਚ ਅਗਰ ਦੇਖੀਏ ਤਾਂ ਬੜੇ ਅਜੀਬ ਕਮੈਂਟਸ ਕੀਤੇ ਜਾਂਦੇ ਨੇ। ਸੋ ਇਹੀ ਗੱਲ ਹੁੰਦੀ ਹੈ, ਜੇ ਤੁਹਾਨੂੰ ਕਿਸੇ ਦਾ ਕੋਈ ਕੰਟੈਂਟ ਪਸੰਦ ਨਹੀਂ ਆ ਰਿਹਾ, ਜੇ ਕੋਈ ਓਬੈਸਿਟੀ ਦਾ ਸ਼ਿਕਾਰ ਹੈ ਲੇਕਿਨ ਫਿਰ ਵੀ ਕੌਨਫੀਡੈਂਸ ਦੇ ਨਾਲ ਅੱਗੇ ਵੱਧ ਰਿਹਾ, ਤੁਹਾਨੂੰ ਨਹੀਂ ਪਸੰਦ ਹੈ ਤਾਂ ਤੁਸੀਂ ਕਮੈਂਟ ਨਾ ਕਰੋ। ਬਟ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਦੀ ਕੌਨਫੀਡੈਂਸ ਨੂੰ ਖਤਮ ਕੀਤਾ ਜਾਏ। ਅਗਰ ਅਸੀਂ ਆਪਣੀ ਫਿਲਮ ਇੰਡਸਟਰੀ ਦੀ ਵੀ ਗੱਲ ਕਰੀਏ, ਸੋ ਹੀਰੋਇਨਸ ਪੂਰੀ ਫਿੱਟ ਦਿਖਾਈਆਂ ਜਾਂਦੀਆਂ, ਬਹੁਤ ਸੁੰਦਰ ਦਿਖਾਈਆਂ ਜਾਂਦੀਆਂ। ਸੋ ਇੱਕ ਸ਼ਾਇਦ ਸਮਾਜ ਦੇ ਵਿੱਚ ਵਿਚਾਰਧਾਰਾ ਬਣ ਗਈ ਹੈ ਕਿ ਕੁੜੀ ਹੈ, ਕੋਈ ਲੇਡੀ ਹੈ, ਫੀਮੇਲ ਹੈ ਤਾਂ ਬਹੁਤ ਸੋਹਣੀ ਹੋਣੀ ਚਾਹੀਦੀ ਹੈ, ਹਰ ਪੱਖ ਤੋਂ ਪਰਫੈਕਟ ਹੋਣੀ ਚਾਹੀਦੀ ਹੈ। ਸੋ ਵਿਦਿਆ ਬਾਲਨ ਜਾਂ ਕੁਛ ਐਸੀ ਫਿਲਮ ਸਟਾਰਸ ਵੀ ਨੇ ਜਿਨ੍ਹਾਂ ਨੇ ਉਸ ਵਿਚਾਰਧਾਰਾ ਨੂੰ ਵੀ ਤੋੜਿਆ ਬਿਲਕੁਲ, ਤਾਂ ਕਿ ਉਹਨਾਂ ਨੇ ਦਿਖਾਇਆ ਕਿ ਯੈਸ ਜੋ ਬੰਦੇ ਦੀ ਹੁਨਰ ਹੈ, ਹੁਨਰ ਬੋਲਦਾ ਹੁੰਦਾ, ਉਸਦਾ ਕੰਮ ਬੋਲਦਾ ਹੁੰਦਾ। ਅਗਰ ਕੋਈ ਆਰਟਿਸਟ ਹੈ ਕਿਸੇ ਵੀ ਫੀਲਡ ਵਿੱਚ ਕੋਈ ਕੰਮ ਕਰ ਰਿਹਾ, ਸੋ ਉਸਦੇ ਕੰਮ ਨੂੰ, ਉਸਦੀ ਮਹਾਰਤਾਂ ਨੂੰ, ਉਸਦੀ ਕੁਆਲੀਫਿਕੇਸ਼ਨ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਹੈ, ਨਾ ਕਿ ਫਿਜ਼ੀਕਲੀ ਇਹ ਜੱਜ ਕਰਨਾ ਚਾਹੀਦਾ। ਸੋ ਚਲੋ ਆਪਾਂ ਆਪਣੇ ਸਮਾਜ ਦੀ ਗੱਲ ਕਰਦੇ ਹਾਂ। ਸਮਾਜ ਦੇ ਅਵੇਅਰ ਕਰਨ ਲਈ ਹੀ ਮੈਂ ਇਹ ਵੀਡੀਓ ਲੈ ਕੇ ਆਈ ਹਾਂ। ਹੋਰ ਵੀ ਕਈ ਲੋਕ ਕਈ ਚੀਜ਼ਾਂ ਅਵੇਅਰਨੈਸ ਦੇ ਲਈ ਕਰਦੇ ਨੇ, ਪਰ ਫੈਮਿਲੀ ਤੋਂ ਆਪਾਂ ਅਗਰ ਗੱਲ ਕਰੀਏ, ਘਰ ਦੇ ਵਿੱਚ ਵੀ ਕੁੜੀਆਂ ਨੂੰ ਇਹ ਸ਼ੁਰੂ ਤੋਂ ਹੀ ਫੋਕਸ ਕੀਤਾ ਜਾਂਦਾ ਹੈ, ਪਤਲੀ ਹੋ ਪਤਲੀ ਹੋ ਪਤਲੀ ਹੋ। ਉਹਨਾਂ ਚੀਜ਼ਾਂ ਦਾ ਕਿੰਨਾ ਫਰਕ ਪੈਂਦਾ ਹੈ? ਮੈਂ ਐਕਚੁਅਲੀ ਹਰਜੋਤ ਜੀ ਫੈਮਿਲੀ ਦੀ ਗੱਲ ਕਰੀਏ ਤੇ ਫੈਮਿਲੀ ਵਿੱਚ ਵੀ ਜਿੱਦਾਂ ਆਪਾਂ ਕਹਿੰਦੇ ਨਾ ਡਿਵਾਈਡਡ ਲੋਕ ਹੁੰਦੇ ਨੇ, ਮਤਲਬ ਮੈਕਸਿਮਮ ਤਾਂ ਉਹੀ ਹੁੰਦਾ ਕਿ ਪਤਲੇ ਹੋ ਤੁਸੀਂ ਪਤਲੇ ਨਹੀਂ ਹੋ ਰਹੇ। ਮੈਂ ਰੀਸੈਂਟ ਦਾ ਇੰਸੀਡੈਂਟ ਦੱਸਦੀ ਹਾਂ ਤੁਹਾਨੂੰ। ਮੇਰੇ ਨਾ ਬੈਕ 'ਚ ਪੇਨ ਹੋ ਗਿਆ ਸੀ, ਤਾਂ ਐਵਰੀਵਨ ਵਾਜ਼ ਲਾਈਕ ਤੇਰਾ weight बढ़ ਰਿਹਾ ਹੈ, ਤੇਰਾ ਪੇਟ बढ़ ਰਿਹਾ ਹੈ, ਤੇਰੇ ਇਸ ਕਰਕੇ ਫ੍ਰੈਕਚਰ ਹੋਇਆ, ਤੇਰੇ ਇਸ ਕਰਕੇ ਪੇਨ ਹੋਇਆ, ਆਪਣਾ weight ਲੂਜ਼ ਕਰੋ। ਮਤਲਬ ਐਕਚੁਅਲੀ ਵੀ ਸਟਾਰਟਡ ਫੀਲਿੰਗ ਕਿ ਜੇ ਆਪਾਂ ਸਨੀਜ਼ ਵੀ ਕਰੀਏ ਤਾਂ ਵੀ ਉਹ ਮੋਟਾਪੇ ਨਾਲ ਰਿਲੇਟਡ ਵੀ ਹਰ ਚੀਜ਼ ਨੂੰ ਮੋਟਾਪੇ ਨਾਲ ਜੋੜ ਦਿੱਤਾ ਜਾਂਦਾ ਹੈ। ਉਹ ਹਰ ਚੀਜ਼ ਨੂੰ ਕਿ ਆਪਾਂ ਕੱਪੜੇ ਜਾਂ ਕੁਝ ਲੈਣ ਜਾਈਏ ਤਾਂ ਉਹ ਤੇਰੇ ਸਾਈਜ਼ ਦਾ ਨਹੀਂ ਮਿਲਣਾ, ਇੱਦਾਂ ਮਤਲਬ ਪਲੱਸ ਸਾਈਜ਼ ਕਲੋਥਸ ਨਹੀਂ ਮਿਲਣੇ ਹਰ ਜਗ੍ਹਾ। ਮਤਲਬ ਇੰਨਾ ਕੁ ਬੋਡੀ ਸ਼ੇਮ ਕਰਦੇ ਆ। ਆਈ ਡੋਂਟ ਫੀਲ, ਮੈਨੂੰ ਇਹ ਨਹੀਂ ਸਮਝ ਆਉਂਦੀ ਬॉयਜ਼ ਲਈ ਇਹ ਚੀਜ਼ਾਂ ਕਿਉਂ ਨਹੀਂ ਹੁੰਦੀ, ਬॉयਜ਼ ਲਈ ਇਹ ਚੀਜ਼ਾਂ ਕਿਉਂ ਨਹੀਂ ਹੁੰਦੀ। ਈਵਨ ਇੱਕ ਮੋਟਾ ਬੰਦਾ ਵੀ ਹੋਏਗਾ ਉਹਨੂੰ ਵੀ ਇੱਕ ਗਲੈਮਰਸ ਕੁੜੀ ਚਾਹੀਦੀ ਹੈ। ਪਹਿਲਾਂ ਆਪਣੀ ਤਰਫ ਤੋਂ ਦੇਖੋ ਐਟਲੀਸਟ, ਤੇ ਤੁਸੀਂ ਦੂਜਿਆਂ ਨੂੰ ਬੋਲੋ। ਬਿਲਕੁਲ ਤੁਸੀਂ ਸਹੀ ਗੱਲ ਕਹੀ ਕਿ ਜਦੋਂ ਵੀ ਕਿਤੇ ਰਿਸ਼ਤੇ ਦੀ ਵੀ ਗੱਲ ਹੁੰਦੀ ਹੈ, ਮੁੰਡਾ ਜਿਵੇਂ ਦਾ ਮਰਜ਼ੀ ਹੋਵੇ ਪਰ ਕੁੜੀ ਉਹਨਾਂ ਨੂੰ ਮਾਡਲ ਟਾਈਪ ਹੀ ਚਾਹੀਦੀ ਹੈ, ਸੋਹਣੀ ਹੋਵੇ, ਗੋਰੀ ਹੋਵੇ, ਫਿੱਟ ਹੋਵੇ। ਬਾਅਦ ਵਿੱਚ ਭਾਵੇਂ ਇਹੀ ਹੁੰਦਾ ਕਿ ਘਰ ਦੇ ਕੰਮ ਵੀ ਕਰਾਣੇ, ਤੇ ਉਹ ਜੇ ਕਹੇਗੀ ਵੀ ਕਿ ਮੈਂ ਜੌਬ ਕਰਨਾ ਚਾਹੁੰਦੀ ਹਾਂ, ਉਸ ਜੌਬ ਵੀ ਨਹੀਂ ਕਰਵਾਈ ਜਾਂਦੀ। ਸੋ ਇਹ ਬਹੁਤ ਕੁਝ ਪੁਆਇੰਟਸ ਨੇ ਜੋ ਸਾਡੇ ਸਮਾਜ ਦੇ ਵਿੱਚ ਅਵੇਅਰ ਹੋਣਾ ਚਾਹੀਦਾ ਸੀ। ਹੋਰ ਚੀਜ਼ਾਂ ਦੇ ਉੱਪਰ ਫੋਕਸ ਕਰਦੇ ਰਹਿੰਦੇ ਆ ਜਿਨ੍ਹਾਂ ਤੇ ਫੋਕਸ ਨਹੀਂ ਕਰਨਾ ਚਾਹੀਦਾ, ਪਰ ਜਿਹੜੀਆਂ ਚੀਜ਼ਾਂ ਨੂੰ ਸੁਧਾਰਨਾ ਚਾਹੀਦਾ ਉਸ ਦੇ ਉੱਪਰ ਸਾਡਾ ਸਮਾਜ ਕੰਮ ਨਹੀਂ ਕਰਦਾ, ਸੋਚਦਾ ਨਹੀਂ ਹੈ। ਪਰ ਵਰਸ਼ਾ, ਮੈਂ ਇੱਥੇ ਜਦ ਗੱਲ ਕਰ ਰਹੀ ਹਾਂ, ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਉਹਨਾਂ ਕੁੜੀਆਂ ਨੂੰ, ਉਹਨਾਂ ਮਹਿਲਾਵਾਂ ਨੂੰ ਜੋ ਵਾਕਈ ਇਹ ਚੀਜ਼ਾਂ ਫੇਸ ਕਰ ਰਹੀਆਂ ਨੇ। ਕਿੱਥੇ ਆ ਕੇ ਇਮੋਸ਼ਨਲੀ ਬੜਾ ਸੈਟਬੈਕ ਲੱਗਦਾ, ਬੜਾ ਹੀ ਜ਼ਿਆਦਾ ਦਿਲ ਟੁੱਟ ਜਾਂਦਾ, ਲੱਗਦਾ ਕਿ ਵੀ ਇਹ ਕੀ ਹੋ ਰਿਹਾ, ਇਸ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ ਸੀ। ਮੇਨਲੀ ਜੇ ਮੈਂ ਕਹਾਂ ਤਾਂ ਜਦ ਸਾਡੀ ਫੈਮਿਲੀ ਦੇ ਵਿੱਚ ਕੋਈ ਬੋਲਦਾ ਹੈ ਜਾਂ
ਕਾਫੀ ਕੋਈ ক্লোਜ਼ ਫਰੈਂਡਸ ਹੋ ਗਏ ਜਾਂ ਮੇਨਲੀ ਜਦ ਆਪਣੇ ਵਰਕ ਪਲੇਸ ਤੇ ਇਦਾਂ ਦੀਆਂ ਚੀਜ਼ਾਂ ਹੋਣ ਲੱਗ ਜਾਂਦੀਆਂ, ਮਜ਼ਾਕ ਬਣਾਉਂਦੇ ਆ ਜਾਂ ਕੁਝ ਕਰਦੇ ਆ ਜਾਂ ਮਜ਼ਾਕ ਚ ਕਹਿ ਦਿੰਦਾ ਕਿ ਉਹ ਤੁਸੀਂ ਗਏ, ਤੁਹਾਡੀ ਗੱਡੀ ਦਾ ਆ ਤਾਂ ਨਹੀਂ ਹੋ ਗਿਆ, ਟਾਇਰ ਪੰਚਰ, ਮਤਲਬ ਲਿਟਰਲੀ ਆਈ ਫੇਸ ਸੋ ਮੈਨੀ ਥਿੰਗਸ। ਮਤਲਬ ਮੈਨੂੰ ਬਹੁਤ ਵਧੀਆ ਐਕਸਪੀਰੀਅੰਸ ਹੈ, ਬਟ ਹੁਣ ਤਾਂ ਮੈਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੀ ਹਾਂ ਬਿਕੋਜ਼ ਆਈ ਨੋ ਮੇਰੇ ਰੀਜ਼ਨਸ ਕੀ ਹੈ। ਹਰ ਇੱਕ ਬੰਦੇ ਦਾ ਆਪਣਾ, ਕਿਸੇ ਦਾ ਖਾਣ ਕਰਕੇ ਹੁੰਦਾ, ਬਟ ਮੋਸਟਲੀ ਜੇ ਹਰਜੋਤ ਜੀ ਆਪਾਂ ਦੇਖੀਏ ਡਿਪਰੈਸ਼ਨ, ਹਾਰਮੋਨਲ ਜਾਂ ਜੈਨੇਟਿਕ ਚੀਜ਼ਾਂ ਕਰਕੇ ਮੋਟਾਪਾ ਜ਼ਿਆਦਾ ਹੁੰਦਾ ਹੈ। ਬਿਲਕੁਲ। ਆਈ ਹੈਵ ਟਰਾਈਡ ਸੋ ਮੈਨੀ ਥਿੰਗਸ, ਆਈ ਹੈਵ ਟਰਾਈਡ ਜਿਮ, ਆਈ ਹੈਵ ਟਰਾਈਡ ਮਿਨੀ ਸਪਲੀਮੈਂਟਸ, ਮੈਂ ਬਹੁਤ ਕੁਝ ਟਰਾਈਡ ਕੀਤਾ, ਲਾਈਕ 4-5 ਸਾਲ ਮੈਂ ਕੀਤਾ, ਬਟ ਕੋਈ ਫਰਕ ਨਹੀਂ ਪਿਆ। ਆਈ ਐਮ ਸਟਿਲ ਸਟੇਬਲ। ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਕਈ ਵਾਰੀ ਸਟ੍ਰੈਸ ਲੈਣ ਦੇ ਨਾਲ ਵੀ ਜੋ ਹੈ ਮੋਟਾਪਾ ਹੋਰ ਜ਼ਿਆਦਾ ਬਲਕਿ ਵੱਧ ਜਾਂਦਾ ਹੈ। ਕਈ ਵਾਰੀ ਅਸੀਂ weight ਘਟਾਉਣ ਦੇ ਚੱਕਰ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਦਵਾਈਆਂ, ਅਸੀਂ ਅਕਸਰ ਮੈਂ ਦੇਖਦੀ ਹਾਂ ਆਪਣੇ ਆਸ-ਪਾਸ ਕੇ ਕੋਈ ਸਪਲੀਮੈਂਟਸ ਇਸ ਤਰ੍ਹਾਂ ਦੇ ਲਏ ਜਾਂਦੇ ਨੇ ਕਿ ਪਤਲੇ ਹੋ ਜਾਈਏ, ਬਟ ਬਾਅਦ ਵਿੱਚ ਉਹਨਾਂ ਦੇ ਸਾਈਡ ਇਫੈਕਟਸ ਕੁਝ ਹੋਰ ਹੋ ਜਾਂਦੇ ਨੇ। ਸੋ ਸਾਨੂੰ ਇਹਨਾਂ ਗੱਲਾਂ ਤੋਂ ਅਵੇਅਰ ਰਹਿਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ। ਔਰ ਆਪਾਂ ਜਿਵੇਂ ਨੋਰਮਲੀ ਕਰਦੇ ਹਾਂ ਕਿ ਹਰ ਹੈਲਦੀ ਬੰਦੇ ਨੂੰ ਜਾਂ ਮੋਟਾਪੇ ਦੇ ਸ਼ਿਕਾਰ ਇਨਸਾਨ ਨੂੰ ਆਪਾਂ ਕਹਿੰਦੇ ਜੀ ਖਾਂਦਾ ਬਹੁਤ ਹੋਏਗਾ। ਸੋ ਖਾਂਦਾ ਬਹੁਤ ਹੋਏਗਾ, ਇਹ ਵੀ ਇੱਕ ਵੱਡਾ ਕੁਐਸਚਨ ਬਣ ਜਾਂਦਾ ਵੀ ਸ਼ਾਇਦ ਇਸ ਦੀ ਡਾਈਟ ਬਹੁਤ ਜ਼ਿਆਦਾ ਹੋਏਗੀ। ਤੇ ਕਿਹੜੀ ਚੀਜ਼ਾਂ ਤੁਸੀਂ ਚਾਹੁੰਦੇ ਹੋ ਕਿ ਸਮਾਜ ਦੀ ਸੋਚ ਕਿਸ ਤਰ੍ਹਾਂ ਨਾਲ ਬਦਲਣੀ ਚਾਹੀਦੀ ਹੈ, ਕਿਉਂਕਿ ਇੱਥੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਸ਼ਾਇਦ ਜਿੰਨੇ ਲੋਕ ਸਾਨੂੰ ਵੇਖ ਰਹੇ ਹੋਣ, ਸੁਣ ਰਹੇ ਹੋਣ, ਇੱਕ ਇੱਕ ਕਰਕੇ ਲੋਕਾਂ ਦੀ ਸੋਚ ਬਦਲਣੀ ਸ਼ੁਰੂ ਹੋਵੇ। ਐਕਚੁਅਲੀ ਮੈਨੂੰ ਲੱਗਦਾ ਕਿ ਬੇਸਿਕਲੀ ਕਿਸੇ ਦੇ ਬੋਡੀ ਫਿਗਰ ਜਾਂ ਫੇਸ ਜਾਂ ਕਿਸੇ ਚੀਜ਼ ਨਹੀਂ, ਆਪਾਂ ਨੂੰ ਉਹਦੀ ਸਟੱਡੀਜ਼, ਉਹਦੇ ਸਕਿੱਲਸ ਤੇ ਜਾਣਾ ਚਾਹੀਦਾ। ਬੇਸਿਕਲੀ ਉਹਦੇ ਸਕਿੱਲਸ ਦੇਖੋ ਕਿ ਉਹ ਕੀ ਕਰ ਸਕਦਾ ਹੈ, ਕੀ ਨਹੀਂ ਕਰ ਸਕਦਾ। ਉਹਦੇ ਸਕਿੱਲਸ ਦੇਖੋ, ਉਹਦੀ ਸਟੱਡੀਜ਼ ਦੇਖੋ, ਉਹਦਾ ਮਤਲਬ ਲਾਈਕ ਉਹਨੂੰ ਹੋਰ ਅੱਗੇ ਵਧਾਓ, ਨਾ ਕਿ ਬੋਡੀ ਸ਼ੇਮ ਕਰਕੇ ਉਹਨੂੰ ਡੀਮੋਟੀਵੇਟ ਕਰੋ। ਬਿਲਕੁਲ ਬਿਲਕੁਲ। ਤੇ ਕਈ ਵਾਰੀ ਹੁੰਦਾ ਹੈ ਕਿ ਕਿਸੇ ਖਾਸ ਥਾਂ ਤੇ ਜਾਣ ਤੋਂ ਖੁਦ ਨੂੰ ਹੀ ਲੱਗਦਾ ਹੈ ਕਿ ਨਹੀਂ ਮੈਂ ਮੋਟੀ ਹਾਂ, ਮੈਂ ਇੱਥੇ ਜਾਊਂਗੀ ਤਾਂ ਸਾਰੇ ਕਿਵੇਂ ਦੇਖਣਗੇ, ਕਿਵੇਂ ਸੋਚਣਗੇ, ਇਹਨਾਂ ਚੀਜ਼ਾਂ ਤੋਂ ਵੀ ਖੁਦ ਨੂੰ ਕਈ ਵਾਰੀ ਪਿੱਛੇ ਕਰਦੇ ਹੋ? ਮੋਸਟਲੀ ਜੇ ਮੈਂ ਕੀਤਾ, ਟੂ ਬੀ ਓਨੈਸਟ, ਮੈਂ ਜਿਮ ਜਾਣ ਤੇ ਕਾਫੀ ਸ਼ਾਈ ਫੀਲ ਕਰਦੀ ਹਾਂ ਬਿਕੋਜ਼ ਉਧਰ ਕੁੜੀਆਂ ਐਂਡ ਬॉयਜ਼ ਉਹ ਸਾਰੇ ਇਦਾਂ ਆਉਂਦੇ, एंड इवन ट्रेनर्स लाइक ओहो आपके साथ तो ज़्यादा काम करना पड़ेगा। अभी यार हम पैसे दे रहे हैं, तुम करो तो बेसिकली मेरा जिम कह सकते हो कि जे तुसी हो गया ते सोशल प्लेसिस ਤਾਂ ਇਵਨ ਹੈ ਬਿਕੋਜ਼ ਇੰਡੀਆ 'ਚ ਜਿੱਦਾਂ ਮੇ ਵੀ ਸ਼ਾਇਦ ਤੁਸੀਂ ਸੁਣਿਆ ਹੋਏ ਨਾ, ਵਿਦਿਆ ਬਾਲਨ ਨੇ ਕਿਹਾ ਸੀਗਾ ਕਿ इंडिया में पीपल डोंट आस्क कि आप कैसे हो, दे आस्क ओहो बहुत पतले हो गए, ओहो बहुत मोटे हो गए। मतलब ਇਹ ਵਿਦਿਆ ਵਾਲੀ ਦੀ ਲਾਈਨ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ। ਬੇਸਿਕਲੀ ਆਜਕਲ ਸਾਡੇ ਇੱਧਰ ਹਾਲ ਚਾਲ ਨਹੀਂ ਪੁੱਛਦੇ, ਪਤਲੇ कैसे हो गए, मोटे क्यों हो, मतलब वो ये पूछा जाता है। ਬਿਲਕੁਲ, ਯਾਨੀ ਇੱਕ ਦੂਸਰੇ ਨੂੰ, ਸਾਡਾ ਮਤਲਬ ਸਮਾਜ ਇਸ ਤਰ੍ਹਾਂ ਕਿ ਇੱਕ ਦੂਸਰੇ ਨੂੰ ਬਿਲਕੁਲ ਪਰਫੈਕਟ ਦੇਖਣਾ ਚਾਹੁੰਦਾ ਹੈ ਔਰ ਪਰ ਕਿਸੇ ਦੀ ਹੈਲਪ ਨਹੀਂ ਕਰਨਾ ਚਾਹੁੰਦਾ। ਸੋ ਬਹੁਤ ਜ਼ਰੂਰੀ ਹੈ, ਦੇਖੋ ਚੀਜ਼ਾਂ ਬਦਲਣੀਆਂ ਚਾਹੀਦੀਆਂ ਕਿ ਕਿਸੇ ਦਾ ਕੀ ਹੁਨਰ ਹੈ, ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ, ਕਿਸੇ ਕਿੰਨੀ ਕੁਆਲੀਫਿਕੇਸ਼ਨ ਆ, ਉਹਦਾ ਦਿਮਾਗ ਕਿੰਨਾ ਤੇਜ਼ ਚੱਲਦਾ, ਕੀ ਕੰਮ ਕਰਦਾ, ਉਸ ਨੂੰ ਲੈ ਕੇ ਉਹਨੂੰ ਪ੍ਰੈਫਰੈਂਸ ਦੇਣੀ ਚਾਹੀਦੀ ਹੈ, ਨਾ ਕਿ ਫਿਜ਼ੀਕਲੀ ਜੱਜ ਕਰਨਾ ਚਾਹੀਦਾ ਵੀ ਉਹ ਬੰਦਾ ਪਤਲਾ ਹੈ, ਮੋਟਾ ਹੈ, ਕਾਲਾ ਹੈ, ਗੋਰਾ ਹੈ। ਸੋ ਇਹ ਚੀਜ਼ਾਂ ਸ਼ਾਇਦ ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਬਾਕੀ ਕੰਟਰੀਜ਼ ਇੰਨਾ ਗਰੋ ਕਰਦੀਆਂ, ਉੱਥੇ ਲੋਕ ਸ਼ਾਇਦ ਇੱਕ ਦੂਸਰੇ ਨੂੰ ਇਸ ਤਰੀਕੇ ਨਾਲ ਜੱਜ ਨਹੀਂ ਕਰਦੇ ਨੇ। ਇੱਥੇ ਮੈਂ ਤੁਹਾਡੇ ਤੋਂ ਇਹ ਵੀ ਗੱਲ ਕਰਨਾ ਚਾਹੂੰਗੀ, ਲਾਈਕ ਜਿਹੜੀ ਕੁੜੀਆਂ ਜਿਹੀਆਂ ਫੀਮੇਲਸ ਨੇ ਜਿਹੜੀਆਂ ਵਾਕਈ ਬਹੁਤ ਮੋਟਾਪੇ ਦਾ ਸ਼ਿਕਾਰ ਨੇ ਜਾਂ ਫਿਰ ਇਹਨਾਂ ਗੱਲਾਂ ਕਰਕੇ ਖੁਦ ਨੂੰ ਪਿੱਛੇ ਰੱਖਦੀਆਂ ਨੇ, ਅੱਗੇ ਨਹੀਂ ਵੱਧ ਪਾਉਂਦੀਆਂ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਆਪਣੇ ਕੌਨਫੀਡੈਂਸ ਨੂੰ ਕਿਵੇਂ ਬਿਲਡ ਕਰਨ, ਕਿਵੇਂ ਸਮਾਜ ਦੀਆਂ ਗੱਲਾਂ ਨੂੰ ਪਿੱਛੇ ਛੱਡਦੇ ਹੋਏ ਅੱਗੇ ਵਧਦੀਆਂ ਰਹਿਣ? ਟੂ ਬੀ ਓਨੈਸਟ ਮੈਂ ਆਹੀ ਕਹਿਣਾ ਚਾਹੂੰਗੀ, ਕਿਸੇ ਦੀ ਕੇਅਰ ਨਾ ਕਰੋ, ਜੋ ਤੁਹਾਡਾ ਮਨ ਕਰਦਾ ਉਹ ਕਰੋ, ਜਿਹੜੇ ਫੀਲਡ 'ਚ ਜਾਣਾ ਚਾਹੁੰਦੇ ਹੋ ਜਾਓ, ਕੋਈ ਕਿਸੇ ਨੂੰ ਨਹੀਂ ਰੋਕ ਸਕਦਾ। ਇਫ ਯੂ ਹੈਵ ਦ ਸਕਿੱਲਸ, ਕੋਈ ਕਿਸੇ ਨੂੰ ਕੁਝ ਵੀ ਕਰਨ ਤੇ ਨਹੀਂ ਰੋਕ ਸਕਦਾ। ਬਿਲਕੁਲ, ਮੈਂ ਤਾਂ ਸਟ੍ਰੇਟ ਅਵੇ ਆਹੀ ਕਹਿਣਾ ਚਾਹੁੰਦੀ ਬਿਕੋਜ਼ ਮੈਂ ਵੀ ਆਹੀ ਕੀਤਾ। ਟੂ ਬੀ ਓਨੈਸਟ ਕੁਝ ਮੇਰੇ ਐਮਪਲੋਇਰਸ ਬਹੁਤ ਅੱਛੇ ਨੇ ਜਿਨ੍ਹਾਂ ਨੇ ਮੈਨੂੰ ਹਰ ਵਾਰ ਚਾਂਸ ਦਿੱਤਾ ਤੇ ਪ੍ਰਮੋਟ ਵੀ ਕੀਤਾ। ਤੇ ਜੋ ਕਰਨਾ ਹੈ ਕਰੋ, ਆਪਣੇ ਸਕਿੱਲਸ ਦੇਖੋ, ਆਪਣੇ ਐਜੂਕੇਸ਼ਨ ਦੇਖੋ, ਕਿਸੇ ਦੀ ਕੇਅਰ ਨਾ ਕਰੋ ਬਿਕੋਜ਼ ਚਾਹੇ ਤੁਸੀਂ ਪਤਲੇ ਹੋ, ਚਾਹੇ ਤੁਸੀਂ ਮੋਟੇ ਹੋ, ਲੋਕਾਂ ਨੇ ਬੋਲਣਾ ਹੀ ਬੋਲਣਾ ਐਂਡ ਆਫ ਦਾ ਡੇ। ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ, ਕਿਉਂਕਿ ਕਈ ਵਾਰੀ ਫਿਰ ਉਹੀ ਗੱਲ ਆਉਂਦੀ, ਜੋ ਜੈਨੇਟਿਕਲੀ ਕਈ ਵਾਰੀ ਹਾਰਮੋਨਸ ਕੁਝ ਇਸ ਤਰ੍ਹਾਂ ਦੇ ਹੁੰਦੇ ਨੇ, ਉਹ ਮੋਟਾਪੇ ਦਾ ਸ਼ਿਕਾਰ ਨੇ। ਯੈਸ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਹੈਲਥ ਦਾ ਜੋ ਹੈ ਬਿਲਕੁਲ ਖਿਆਲ ਰੱਖਣਾ ਚਾਹੀਦਾ ਹੈ, ਸਾਨੂੰ ਐਕਸਰਸਾਈਜ਼ ਜਾਂ ਬਾਕੀ ਚੀਜ਼ਾਂ 'ਤੇ ਧਿਆਨ ਜ਼ਰੂਰ ਰੱਖਣਾ ਚਾਹੀਦਾ ਤਾਂ ਕਿ ਅਸੀਂ ਫਿਟ ਰਹੀਏ। ਪਰ ਇਨ ਕੇਸ ਜਿੱਥੇ ਅਸੀਂ ਦੇਖੀਏ ਕਿ ਬਹੁਤ ਕੋਸ਼ਿਸ਼ਾਂ ਕਰਨ 'ਤੇ ਵੀ ਮੋਟਾਪਾ ਨਹੀਂ ਘਟ ਰਿਹਾ, ਪਰ ਬਈ ਉਹ ਵੀ ਸਾਡੇ ਸਮਾਜ ਦਾ ਹੀ ਹਿੱਸਾ ਨੇ, ਉਹਨਾਂ ਨਾਲ ਵੀ ਸੇਮ ਹੀ ਸਾਡੀ ਸੋਚ ਹੋਣੀ ਚਾਹੀਦੀ ਹੈ। ਅਸੀਂ ਸਾਰੇ ਹਾਂ ਜਿਵੇਂ, ਉਵੇਂ ਹੀ ਉਹ ਲੋਕ ਹੁੰਦੇ ਨੇ। ਸੋ
ਚੰਗਾ ਲੱਗਦਾ ਹੈ ਕਿ ਜਦੋਂ ਕੋਈ ਇਨਸਾਨ ਸਮਾਜ ਦੀਆਂ ਇਹਨਾਂ ਗੱਲਾਂ ਨੂੰ ਪਿੱਛੇ ਰੱਖਦੇ ਹੋਏ ਖੁਦ ਨੂੰ ਅੱਗੇ ਰੱਖਣ ਦਾ ਕੌਨਫੀਡੈਂਸ ਆਪਣੇ ਵਿੱਚ ਰੱਖਦੇ ਨੇ। ਸੋ ਬਹੁਤ ਚੰਗਾ ਲੱਗਿਆ ਵਰਸ਼ਾ ਤੁਹਾਡੇ ਨਾਲ ਗੱਲ ਕਰਕੇ। ਸੋ ਮੈਂ ਆਪਣੇ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੀ ਇਸ ਵਿਸ਼ੇ ਦੇ, ਇਸ ਟੌਪਿਕ ਤੇ ਤੁਹਾਡੇ ਕੀ ਵਿਚਾਰ ਨੇ, ਤੁਸੀਂ ਸਾਨੂੰ ਕਮੈਂਟਸ ਕਰਕੇ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ। ਅੱਜ ਦੀ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰ ਦਿਓ। ਜੇ ਤੁਸੀਂ ਸਾਡਾ ਚੈਨਲ ਸਾਂਝ ਗੱਲਾਂ ਦੀ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਫਟਾਫਟ ਸਬਸਕ੍ਰਾਈਬ ਵੀ ਕਰ ਦਿਓ। ਅੱਗੋਂ ਵੀ ਕੁਝ ਵਧੀਆ ਟੌਪਿਕ ਜ਼ਰੂਰ ਲੈ ਕੇ ਆਵਾਂਗੇ। ਤੁਸੀਂ ਵੀ ਸਾਨੂੰ ਸੁਜੈਸਟ ਕਰ ਸਕਦੇ ਹੋ ਕਿਹੜੇ ਟੌਪਿਕ 'ਤੇ ਹੋਰ ਵੀਡੀਓਜ਼ ਬਣਾਈਏ। ਜਲਦੀ ਹੀ ਮਿਲਾਂਗੇ ਜੀ। ਸਤਿ ਸ਼੍ਰੀ ਅਕਾਲ।